पंजाबी ट्रिब्यून संपादकी डिक्टेशन 27 अप्रैल। बी रेडी स्टार्ट। केंद्रीय सरकार द्वारा बनाए गए खेती कानूਨਾਂ विरुद्ध कई महीनों तो चलाए जा रहे किसान अंदोलन ਨੂੰ कई मुश्किलों का सामना करना पै रहा है। डंडी 26 जनवरी ਦੀਆਂ ਘਟਨਾਵਾਂ ਤੋਂ ਬਾਅਦ ਇਸ ਸਬੰਧ ਵਿੱਚ ਕਈ ਸਵਾਲ ਖੜੇ ਕੀਤੇ ਜਾ ਰਹੇ ਹਨ। ਡੰਡੀ ਇਹਨਾਂ ਸਵਾਲਾਂ ਵਿੱਚ ਕਾਮਰੇਡ ਬਨਾਮ ਸਿੱਖ, ਨੌਜਵਾਨ ਬਨਾਮ ਕਿਸਾਨ ਆਦਿ ਪ੍ਰਮੁੱਖ ਹਨ। ਡੰਡੀ ਅੰਦੋਲਨਾਂ ਵਿੱਚ ਸਵਾਲ ਉੱਠਣੇ ਤੇ ਉਠਾਉਣੇ ਸੁਭਾਵਿਕ ਹਨ। ਡੰਡੀ ਕਈ ਵਾਰ ਇਹ ਸਭ ਕੁਝ ਅੰਦੋਲਨ ਅੰਦਰਲੇ ਜਮਹੂਰੀ ਅਮਲ ਦਾ ਹਿੱਸਾ ਵੀ ਹੁੰਦਾ ਹੈ, ਪਰ ਕਈ ਵਾਰ ਸਵਾਲ ਅੰਦੋਲਨ ਨੂੰ ਲੀਹੋਂ ਲਾਹੁਣ ਲਈ ਉਠਾਏ ਜਾਂਦੇ ਹਨ। ਡੰਡੀ ਹੁਣ ਸਵਾਲ ਹੀ ਨਹੀਂ ਉਠਾਏ ਜਾ ਰਹੇ, ਸਗੋਂ ਅੰਦੋਲਨ ਦੀ ਅਗਵਾਈ ਕਰ ਰਹੀਆਂ ਜਥੇਬੰਦੀਆਂ ਅਤੇ ਉਹਨਾਂ ਦੇ ਆਗੂਆਂ ਵਿਰੁੱਧ ਜ਼ਹਿਰੀਲੀ ਭਾਸ਼ਾ ਵਰਤੀ ਜਾ ਰਹੀ ਹੈ ਅਤੇ ਆਗੂਆਂ ਨਾਲ ਦੁਰਵਿਵਹਾਰ ਕੀਤਾ ਗਿਆ ਹੈ। ਬਾਅਦ ਵਿੱਚ ਇਸ ਨੂੰ ਨੌਜਵਾਨਾਂ ਦੇ ਜੋਸ਼ ਅਤੇ ਕਈ ਹੋਰ ਲਕਬ ਦੇ ਕੇ ਸਹੀ ਠਹਿਰਾਇਆ ਜਾਂਦਾ ਹੈ। ਡੰਡੀ ਕੁਝ ਸ਼ਕਤੀਆਂ ਪਿੱਛੇ ਰਹਿ ਕੇ ਅਜਿਹੇ ਵਤੀਰੇ ਨੂੰ ਸ਼ਹਿ ਦਿੰਦੀਆਂ ਹਨ। ਡੰਡੀ ਪੈਰਾ ਚੇਂਜ ਤਨਜ਼ੀਮਾਂ ਜਾਂ ਜਥੇਬੰਦੀਆਂ ਅਤੇ ਅੰਦੋਲਨ ਇੱਕ ਦਿਨ ਵਿੱਚ ਨਹੀਂ ਉਸਰਦੇ। ਡੰਡੀ ਉਹਨਾਂ ਪਿੱਛੇ ਦਹਾਕਿਆਂ ਦੀ ਮਿਹਨਤ, ਕੁਰਬਾਨੀਆਂ ਅਤੇ ਸਥਾਨਕ ਘੋਲ ਪਏ ਹੁੰਦੇ ਹਨ। ਡੰਡੀ ਜਥੇਬੰਦੀਆਂ ਆਪਣੀ ਵਿਚਾਰਧਾਰਕ ਪਹੁੰਚ ਅਨੁਸਾਰ ਸਰਕਾਰੀ ਵਰਤਾਰਿਆਂ ਦੇ ਲੋਕ ਵਿਰੋਧੀ ਪੱਖਾਂ ਨੂੰ ਸਮਝਦੀਆਂ ਅਤੇ ਆਪਣੀ ਤਾਕਤ ਅਨੁਸਾਰ ਅੰਦੋਲਨਾਂ ਦੀ ਉਸਾਰੀ ਕਰਦੀਆਂ ਹਨ। ਡੰਡੀ ਅੰਦੋਲਨ ਹੱਡ ਮਾਸ ਦੇ ਮਨੁੱਖਾਂ ਦੇ ਮਨੋਭਾਵਾਂ ਦੀ ਤਰਜਮਾਨੀ ਕਰਦੇ ਹਨ। ਡੰਡੀ ਜਥੇਬੰਦੀਆਂ ਦੇ ਆਗੂ ਉਸ ਤਰਜਮਾਨੀ ਨੂੰ ਸ਼ਬਦ ਦਿੰਦੇ ਹਨ। ਡੰਡੀ ਪੰਜਾਬ ਦੀ ਇੱਕ ਪ੍ਰਮੁੱਖ ਕਿਸਾਨ ਜਥੇਬੰਦੀ ਦੇ ਪ੍ਰਧਾਨ ਨੇ ਅਜਿਹੇ ਰੁਝਾਨਾਂ ਜਿਹੜੇ ਅੰਦੋਲਨ ਨੂੰ ਆਪਣੀ ਮਨਮਰਜ਼ੀ ਨਾਲ ਚਲਾਉਣਾ ਚਾਹੁੰਦੇ ਹਨ ਦੀ ਨਿਸ਼ਾਨਦੇਹੀ ਕੀਤੀ ਹੈ। ਡੰਡੀ ਉਸਨੇ ਜਥੇਬੰਦੀਆਂ ਵਿੱਚ ਸਕੇ ਭਰਾਵਾਂ ਵਾਲੀ ਸਾਂਝੀਵਾਲਤਾ ਅਤੇ ਭਾਸ਼ਾ ਤੇ ਵਰਤਾਰੇ ਵਿੱਚ ਸੰਜਮ ਤੇ ਜ਼ੋਰ ਦਿੱਤਾ। ਡੰਡੀ ਗੁਰੂ ਨਾਨਕ ਦੇਵ ਜੀ ਦਾ ਕਥਨ ਹੈ, ਜਿੱਥੇ ਜਾਏ ਬਹੀਐ ਭਲਾ ਕਹੀਐ, ਝੋਲੇ ਅੰਮ੍ਰਿਤ ਪੀਜੈ। ਡੰਡੀ ਗੁਣਾ ਕਾ ਹੋਵੈ ਵਾਸੁਲਾ, ਕੱਢ ਵਾਸ ਲਈਜੈ। ਡੰਡੀ ਆਖਰੀ ਸਤਰ ਦੇ ਅਰਥ ਹਨ ਕਿ ਜੇਕਰ ਪ੍ਰਾਣੀਆਂ ਕੋਲ ਸੁਗੰਧਿਤ ਨੇਕੀਆਂ ਦਾ ਡੱਬਾ ਹੋਵੇ ਤਾਂ ਉਸ ਨੂੰ ਇਸ ਵਿੱਚੋਂ ਸੁਗੰਧੀ ਲੈਣੀ ਚਾਹੀਦੀ ਹੈ। ਡੰਡੀ ਕਿਸਾਨ ਜਥੇਬੰਦੀਆਂ ਨੇ ਲੋਕ ਘੋਲਾਂ ਰਾਹੀਂ ਊਰਜਾ ਭਰੀਆਂ ਸੁਗੰਧੀਆਂ ਕਮਾਈਆਂ ਹਨ। ਡੰਡੀ ਉਹਨਾਂ ਨੂੰ ਲੋਕ ਹੱਕਾਂ ਦੀਆਂ ਇਹ ਸੁਗੰਧੀਆਂ ਵੰਡਦੇ ਹੋਏ ਅੰਦੋਲਨ ਨੂੰ ਹਉਮੈ ਤੇ ਸਵੈ ਹੰਗਤਾ ਵਿੱਚ ਗ੍ਰਸਤ ਇਹਨਾਂ ਤੱਤਾਂ ਤੋਂ ਬਚਾਉਣਾ ਚਾਹੀਦਾ ਹੈ। ਡੰਡੀ ਪੈਰਾ ਚੇਂਜ ਪ੍ਰਮੁੱਖ ਸਵਾਲ ਇਹ ਹੈ ਕਿ ਇੰਨੇ ਸੰਜਮ, ਸਿਦਕ ਅਤੇ ਦ੍ਰਿੜਤਾ ਨਾਲ ਚਲਾਏ ਜਾ ਰਹੇ ਅੰਦੋਲਨ ਨੂੰ ਇਹੋ ਜਿਹੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਕਿਉਂ ਪੈ ਰਿਹਾ ਹੈ। ਡੰਡੀ ਕਿਉਂ ਅਜਿਹੀਆਂ ਤਾਕਤਾਂ ਸਾਹਮਣੇ ਆ ਕੇ ਕਿਸਾਨਾਂ ਨੂੰ ਭੜਕਾ ਰਹੀਆਂ ਹਨ ਕਿ ਸਿਰਫ ਉਹਨਾਂ ਦੀ ਗੱਲ ਮੰਨੀ ਜਾਵੇ। ਪ੍ਰਸ਼ਨ ਚਿੰਨ੍ਹ ਅਜਿਹੇ ਤੱਤਾਂ ਨੂੰ ਅਗਵਾਈ ਕਰ ਰਹੇ ਆਗੂਆਂ ਦੀ ਬੇਇੱਜ਼ਤੀ ਕਰਨ ਦੀ ਆਗਿਆ ਕਿਉਂ ਦਿੱਤੀ ਜਾ ਰਹੀ ਹੈ। ਡੰਡੀ ਇਹ ਸ਼ਾਇਦ ਇਸ ਲਈ ਹੋਇਆ ਕਿ ਹਰ ਲੋਕ ਅੰਦੋਲਨ ਵਾਂਗ ਮੌਜੂਦਾ ਕਿਸਾਨ ਅੰਦੋਲਨ ਨੇ ਆਪਣੇ ਕਾਰਕੁਨਾਂ
ਤੇ ਹਮਾਇਤੀਆਂ ਦੇ ਨਾਲ ਜਥੇਬੰਦੀਆਂ ਨੂੰ ਬਾਹਰ ਤੋਂ ਮਿਲ ਰਹੀ ਹਰ ਤਰ੍ਹਾਂ ਦੀ ਹਮਾਇਤ ਦਾ ਸਵਾਗਤ ਕੀਤਾ। ਡੰਡੀ ਸਟਾਪ। ਹਾਂਜੀ, ਇਹ ਸੀ ਫਸਟ ਡਿਕਟੇਸ਼ਨ, ਸਭ ਤੋਂ ਘੱਟ ਸਪੀਡ 'ਤੇ। ਅਤੇ ਇਸ ਸਾਰੀ ਡਿਕਟੇਸ਼ਨ ਦੀ ਪੰਜਾਬੀ ਦੀ PDF WhatsApp ਗਰੁੱਪ ਵਿੱਚ ਦਿੱਤੀ ਜਾਵੇਗੀ। ਹਾਂਜੀ, ਸਪੀਡ ਥੋੜ੍ਹੀ ਵਧਾਈ ਜਾਵੇਗੀ ਹੁਣ, ਅਤੇ ਡਿਕਟੇਸ਼ਨ ਅੱਗੇ ਕੰਟੀਨਿਊ ਹੁੰਦੀ ਹੈ। ਬੀ ਰੈਡੀ, ਸਟਾਰਟ। ਅਜਿਹੇ ਭੜਕਾਊ ਤੇ ਨੌਜਵਾਨਾਂ ਨੂੰ ਵਰਗਲਾਉਣ ਵਾਲੇ ਤੱਤਾਂ ਨੂੰ ਇਤਿਹਾਸ ਨੇ ਕਦੀ ਮੁਆਫ਼ ਨਹੀਂ ਕਰਨਾ, ਪਰ ਅਮਲੀ ਤੌਰ 'ਤੇ ਜ਼ਰੂਰਤ ਇਹ ਹੈ ਕਿ ਸਮੂਹ ਕਿਸਾਨ ਜਥੇਬੰਦੀਆਂ ਅਜਿਹੇ ਵਿਅਕਤੀਆਂ ਵਿਰੁੱਧ ਆਪਣੇ ਏਕੇ ਨੂੰ ਮਜ਼ਬੂਤ ਕਰਨ। ਡੰਡੀ ਅੰਦੋਲਨ ਪੰਜਾਬ ਦੇ ਲੋਕ ਸਮੂਹ ਦਾ ਹੈ, ਪੰਜਾਬ ਦੇ ਕਿਸਾਨਾਂ ਦਾ ਹੈ, ਪੰਜਾਬ ਦੀ ਆਤਮਾ ਦਾ ਹੈ, ਪੰਜਾਬ ਦੀ ਅਨਿਆਂ ਵਿਰੁੱਧ ਲੜਨ ਦੀ ਸਿੱਖ ਦਾ ਹੈ, ਪੰਜਾਬ ਦੇ ਸਿਰੜ, ਸਿਦਕ ਅਤੇ ਇਖਲਾਕ ਦਾ ਹੈ। ਡੰਡੀ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੇ ਜ਼ਬਤ, ਅਨੁਸ਼ਾਸਨ ਤੇ ਧੀਰਜ ਕਾਰਨ ਹੀ ਇਹ ਅੰਦੋਲਨ ਇਹਨਾਂ ਬੁਲੰਦੀਆਂ 'ਤੇ ਪਹੁੰਚਿਆ ਅਤੇ ਸਾਰੇ ਹਿੰਦੋਸਤਾਨ ਦਾ ਮੋਹਰੀ ਬਣਿਆ ਹੈ। ਡੰਡੀ ਹੁਣ ਇਹ ਅੰਦੋਲਨ ਸਾਰੇ ਦੇਸ਼ ਦੀ ਵਿਰਾਸਤ ਹੈ। ਡੰਡੀ ਪੈਰਾ ਚੇਂਜ। ਅਸੀਂ ਗੁਰੂ ਤੇਗ ਬਹਾਦਰ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ਮਨਾ ਰਹੇ ਹੈ, ਜਿਨ੍ਹਾਂ ਦੀ ਕੁਰਬਾਨੀ ਸ਼ਾਂਤੀ ਅਤੇ ਸੰਜਮ ਦੀ ਸਿਖਰਲੀ ਉਦਾਹਰਨ ਹੈ। ਡੰਡੀ ਉਹਨਾਂ ਨੂੰ ਹਿੰਦ ਦੀ ਚਾਦਰ ਕਿਹਾ ਗਿਆ ਅਤੇ ਲੋਕਾਂ ਨੂੰ ਯਾਦ ਹੈ ਕਿ ਕਿਵੇਂ ਬਾਬਰ ਦੇ ਹਮਲੇ ਸਮੇਂ ਗੁਰੂ ਨਾਨਕ ਦੇਵ ਜੀ ਨੇ ਸਾਰੇ ਹਿੰਦੋਸਤਾਨ ਦੇ ਹੱਕ ਵਿੱਚ ਆਵਾਜ਼ ਉਠਾਈ ਸੀ। ਡੰਡੀ ਅਜਿਹੇ ਰਹਿਬਰਾਂ ਦੇ ਪੰਧਾਂ 'ਤੇ ਚੱਲਦੇ ਹੋਏ ਪੰਜਾਬ ਨੇ ਖਾਲਸੇ ਦੀ ਸਿਰਜਣਾ ਤੋਂ ਬਾਅਦ ਦੇ ਸੰਘਰਸ਼ ਦੇਖੇ। ਡੰਡੀ ਅੱਜ ਦਾ ਕਿਸਾਨ ਅੰਦੋਲਨ ਵੀ ਉਹਨਾਂ ਸੰਘਰਸ਼ਾਂ ਦੀ ਕੜੀ ਹੈ। ਡੰਡੀ ਸਿੰਘੂ ਤੇ ਟੀਕਰੀ ਵਿੱਚ ਸਿੱਖ ਗੁਰੂਆਂ, ਭਗਤੀ ਲਹਿਰ ਦੇ ਸੰਤਾਂ, ਆਜ਼ਾਦੀ ਲਹਿਰ ਵਿੱਚ ਕੁਰਬਾਨੀ ਦੇਣ ਵਾਲੇ ਸੂਰਿਆਂ, ਕਾਨੂੰਨਦਾਨਾਂ ਅਤੇ ਹੋਰ ਆਗੂਆਂ ਨੂੰ ਯਾਦ ਕੀਤਾ ਗਿਆ ਹੈ। ਡੰਡੀ ਇਸ ਦੇ ਨਾਲ ਹੀ ਮਜ਼ਦੂਰਾਂ ਦੇ ਹੱਕਾਂ ਲਈ ਲੜੇ ਜਾਂਦੇ ਰਹੇ ਸੰਘਰਸ਼ਾਂ ਦਾ ਪ੍ਰਤੀਕਮਈ ਦਿਨ ਮਈ ਦਿਵਸ ਵੀ ਆ ਰਿਹਾ ਹੈ। ਡੰਡੀ ਸਾਡੇ ਇਤਿਹਾਸ ਦੇ ਅਨੰਤ ਸੋਮੇ ਸਾਨੂੰ ਏਕਤਾ, ਸਿਦਕ ਤੇ ਸੰਜਮ ਕਾਇਮ ਰੱਖਣ ਦੀ ਊਰਜਾ ਮੁਹੱਈਆ ਕਰਦੇ ਹਨ। ਡੰਡੀ 10 ਮਈ ਦਾ ਦਿਹਾੜਾ ਵੀ ਨਜ਼ਦੀਕ ਆ ਰਿਹਾ ਹੈ। ਡੰਡੀ 154 ਵਰ੍ਹੇ ਪਹਿਲਾਂ 1857 ਵਿੱਚ ਇਸ ਦਿਨ ਭਾਰਤ ਵਿੱਚ ਅੰਗਰੇਜ਼ਾਂ ਦੀ ਬਸਤੀਵਾਦੀ ਹਕੂਮਤ ਵਿਰੁੱਧ ਬਗਾਵਤ ਸ਼ੁਰੂ ਹੋਈ ਸੀ। ਡੰਡੀ ਉਹ ਬਗਾਵਤ ਦਾ ਭਾਰਤ ਦਾ ਦੇਸ਼ ਦੀ ਪੱਧਰ 'ਤੇ ਲੜਿਆ ਜਾਣ ਵਾਲਾ ਆਜ਼ਾਦੀ ਦਾ ਪਹਿਲਾ ਅੰਦੋਲਨ ਸੀ। ਡੰਡੀ ਉਸ ਦੀ ਅਗਵਾਈ ਭਾਵੇਂ ਰਾਜੇ ਰਜਵਾੜਿਆਂ ਦੇ ਆਖਰੀ ਮੁਗਲ ਬਾਦਸ਼ਾਹ ਬਹਾਦਰ ਸ਼ਾਹ ਜ਼ਫਰ ਨੇ ਕੀਤੀ ਸੀ, ਪਰ ਸਭ ਧਰਮਾਂ ਤੇ ਵਰਗਾਂ ਦੀ ਸ਼ਮੂਲੀਅਤ ਕਾਰਨ ਉਹ ਲੋਕ ਵਿਦਰੋਹ ਬਣ ਗਿਆ ਹੈ। ਡੰਡੀ ਪੰਜਾਬ ਵਿੱਚ ਰੋਪੜ ਵਿੱਚ ਸਰਦਾਰ ਮੇਹਰ ਸਿੰਘ ਦੀ ਅਗਵਾਈ ਵਿੱਚ ਬਗਾਵਤ ਹੋਈ ਅਤੇ ਨੀਲੀ ਬਾਰ ਵਿੱਚ ਅਹਿਮਦ ਖਾਨ ਖਰਲ ਨੇ ਵਿਦਰੋਹ ਦਾ ਝੰਡਾ ਚੁੱਕਿਆ। ਡੰਡੀ ਇਸ ਵਿੱਚ ਲੋਕ ਵਿਦਰੋਹ ਨੂੰ ਗਦਰ ਦਾ ਨਾਮ ਦਿੱਤਾ ਗਿਆ। ਡੰਡੀ 1910ਵਿਆਂ ਵਿੱਚ ਕੈਨੇਡਾ ਤੇ ਅਮਰੀਕਾ ਵਿੱਚ ਰਹਿੰਦੇ ਪੰਜਾਬੀ ਸੂਰਮਿਆਂ ਨੇ 1857 ਦੇ ਗਦਰ ਨੂੰ ਯਾਦ ਕਰਦਿਆਂ ਦੇਸ਼ ਨੂੰ ਆਜ਼ਾਦ ਕਰਾਉਣ ਲਈ ਤਹੱਈਆ ਕਰਦਿਆਂ ਜੂਨ 1914 ਵਿੱਚ ਸਾਨੂੰ ਸਾਰਿਆਂ ਨੂੰ ਕਿਹਾ ਸੀ, ਦਿਲ ਦਰਦੀਆ ਦਰਦ ਹਜ਼ਾਰ ਭਾਵੇਂ 10 ਮਈ ਦਾ ਦਿਨ ਭੁਲਾਵਣਾ ਕੀ ਆਪਸ ਵਿੱਚ ਲੜਕੇ ਹਾਰ ਆਈ ਸਿੱਖ ਸਬਕ ਹੁਣ ਮਨੋਂ ਭੁਲਾਵਣਾ ਕੀ ਝੂਠੇ ਮਜ਼ਹਬੀ ਝਗੜਿਆਂ ਝੇੜਿਆਂ ਦਾ ਗਲੋਂ
ਤੋੜ ਫਾਹਾ ਪਾਵਣਾ ਕੀ ਡੰਡੀ ਨਵੰਬਰ 1915 ਵਿੱਚ ਗਦਰੀ ਕਵੀ ਨੇ ਸਾਨੂੰ ਸਾਵਧਾਨ ਕੀਤਾ ਸੀ। ਗਦਰ ਗਦਰ ਕਰਦਾ ਸਾਰਾ ਜੱਗ ਐਵੇਂ ਐਪਰ ਗਦਰ ਮਚਾਵਣਾ ਖਰਾ ਔਖਾ ਲੀਡਰ ਬਣਨ ਖਾਤਰ ਚਿੱਤ ਲੋਚਦਾ ਏ ਐਪਰ ਜੇਹਲ ਵਿੱਚ ਜਾਵਨਾ ਖਰਾ ਔਖਾ ਗਦਰ ਬੱਚਿਆਂ ਦੀ ਕਿਤੇ ਖੇਲ ਨਾਹੀਂ ਆਪਣਾ ਆਪ ਗਵਾਵਣਾ ਖਰਾ ਔਖਾ ਘਰ ਬਾਹਰ ਦੀ ਆਸ ਤਿਆਗ ਦੇਣੀ ਐਪਰ ਸਿਰੜ ਨਿਭਾਵਨਾ ਖਰਾ ਔਖਾ ਡੰਡੀ ਅੰਦੋਲਨ ਆਪਣਾ ਆਪ ਗਵਾ ਕੇ ਤੇ ਸਿਰੜ ਨਿਭਾ ਕੇ ਜਿੱਤੇ ਜਾਂਦੇ ਹਨ ਡੰਡੀ। ਕਿਸਾਨਾਂ ਨੂੰ ਰਾਤੋਂ ਰਾਤ ਬਣ ਰਹੇ ਆਗੂਆਂ ਤੋਂ ਸਾਵਧਾਨ ਰਹਿਣ ਦੀ ਜ਼ਰੂਰਤ ਹੈ ਡੰਡੀ। ਪੈਰਾ ਚੇਂਜ। 2014 ਵਿੱਚ ਫਰਾਂਸ, ਵੀਅਤਨਾਮ ਤੇ ਕਈ ਹੋਰ ਸੰਘਰਸ਼ਾਂ ਨਾਲ ਸੰਬੰਧਿਤ ਰਹੇ ਉੱਘੇ ਇਨਕਲਾਬੀ ਆਗੂ ਤਾਰਿਕ ਅਲੀ ਤੋਂ ਪੁੱਛਿਆ ਗਿਆ ਕਿ ਅਮਰੀਕਾ ਦੀ ਆਰਥਿਕ ਧੁਰੀ ਵੱਲ ਵਾਲ ਸਟਰੀਟ ਤੇ ਧਰਨਾ ਦੇਣ ਵਾਲਿਆਂ ਦੀ ਵਾਲ ਸਟਰੀਟ ਮੱਲੋ ਲਹਿਰ ਨਾਕਾਮਯਾਬ ਕਿਉਂ ਹੋਈ ਡੰਡੀ। ਉਸਨੇ ਜਵਾਬ ਦਿੱਤਾ ਕਿ ਤਨਜ਼ੀਮਾਂ ਜਾਂ ਜਥੇਬੰਦੀਆਂ ਦੀ ਅਣਹੋਂਦ ਕਾਰਨ ਡੰਡੀ ਲੋਕ ਅੰਦੋਲਨਾਂ ਦੇ ਖਾਬਾਂ ਦੀ ਤਾਬੀਰ ਲੋਕ ਜਥੇਬੰਦੀਆਂ ਰਾਹੀਂ ਹੁੰਦੀ ਹੈ ਡੰਡੀ। ਪੰਜਾਬ ਦੇ ਲੋਕਾਂ ਦੀਆਂ ਆਸਾਂ ਉਮੀਦਾਂ ਤੇ ਬਣੇ ਇਸ ਅੰਦੋਲਨ ਨੂੰ ਕਿਸਾਨ ਆਗੂਆਂ ਦਾ ਏਕਾ ਹੀ ਮੰਜ਼ਿਲ ਤੇ ਪਹੁੰਚਾ ਸਕਦਾ ਹੈ ਡੰਡੀ। ਕਿਸਾਨ ਜਥੇਬੰਦੀਆਂ ਅਤੇ ਉਹਨਾਂ ਦੇ ਏਕੇ ਤੇ ਸਵਾਲ ਕਰਨ ਵਾਲੇ ਵਿਅਕਤੀ ਕਿਸਾਨਾਂ ਦੇ ਹਮਦਰਦ ਨਹੀਂ ਹਨ ਡੰਡੀ। ਪੈਰਾ ਚੇਂਜ। ਨਾਓ ਖਾਸ ਟਿੱਪਣੀ ਡਿਕਟੇਸ਼ਨ ਸਟਾਰਟਸ। ਬੀ ਰੈਡੀ। ਪਿਛਲੇ ਸਾਲ ਇਨ੍ਹੀਂ ਦਿਨੀਂ ਸਾਰਾ ਮੁਲਕ ਅਚਨਚੇਤ ਥੋਪੇ ਲਾਕਡਾਊਨ ਹੇਠ ਸੀ ਤੇ ਖ਼ਬਰਾਂ ਭੋਖੜੇ ਅਤੇ ਬੇਕਾਰੀ ਦੇ ਮਾਰੇ ਲੱਖਾਂ ਕਾਮਿਆਂ ਦੇ ਆਪੋ ਆਪਣੇ ਪਿੰਡਾਂ ਵੱਲ ਪੈਦਲ ਮਾਰਚਾਂ ਅਤੇ ਰਾਹ ਵਿੱਚ ਹੀ ਸੈਂਕੜਿਆਂ ਦੇ ਦਮ ਤੋੜ ਜਾਣ ਵਾਲੀਆਂ ਦਰਦਨਾਕ ਕਹਾਣੀਆਂ ਨਾਲ ਭਰੀਆਂ ਹੋਈਆਂ ਸਨ ਡੰਡੀ। ਹੁਣ 1 ਸਾਲ ਬਾਅਦ ਸ਼ਹਿਰ ਦਰ ਸ਼ਹਿਰ, ਸੂਬਾ ਦਰ ਸੂਬਾ ਤੇਜ਼ੀ ਨਾਲ ਲੱਖਾਂ ਲੋਕਾਂ ਵਿੱਚ ਫੈਲ ਰਹੀ ਬਿਮਾਰੀ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿੱਚ ਮੌਤਾਂ ਅਤੇ ਹਸਪਤਾਲਾਂ ਵਿੱਚ ਆਕਸੀਜਨ ਦੀ ਘਾਟ ਕਾਰਨ ਸੈਂਕੜਿਆਂ ਦੇ ਦਮ ਤੋੜ ਜਾਣ ਦੀਆਂ ਹੌਲਨਾਕ ਕਹਾਣੀਆਂ ਨਾਲ ਭਰੀਆਂ ਹੋਈਆਂ ਹਨ ਡੰਡੀ। ਪੈਰਾ ਚੇਂਜ। ਪਿਛਲੇ ਸਾਲ ਇਨ੍ਹੀਂ ਦਿਨੀਂ ਸਾਰਾ ਮੁਲਕ ਆਪੋ ਆਪਣੇ ਘਰੀਂ ਅੰਦਰ ਵੜ ਕੇ ਬੈਠਾ ਹੋਇਆ ਸੀ ਡੰਡੀ। ਹੁਣ 1 ਸਾਲ ਬਾਅਦ ਸ਼ਹਿਰ ਦਰ ਸ਼ਹਿਰ ਲੋਕ ਆਪੋ ਆਪਣੇ ਰੋਗੀਆਂ ਨੂੰ ਲੈ ਕੇ ਹਸਪਤਾਲਾਂ ਵਿੱਚ ਭਟਕ ਰਹੇ ਹਨ ਤੇ ਜਿਹੜੇ ਬਦਕਿਸਮਤ ਚੁਫੇਰੇ ਫੈਲੀ ਬਦ ਇੰਤਜ਼ਾਮੀ ਕਾਰਨ ਆਪਣੇ ਪਿਆਰਿਆਂ ਨੂੰ ਬਚਾ ਨਹੀਂ ਸਕੇ, ਉਹਨਾਂ ਦੀਆਂ ਲੋਥਾਂ ਚੁੱਕੀ ਤੂੜੀ ਪਏ ਸ਼ਮਸ਼ਾਨਾਂ ਵਿੱਚ ਸਿਵਿਆਂ ਲਈ ਥਾਂ ਭਾਲਦੇ ਖੱਜਲ ਹੋ ਰਹੇ ਹਨ ਡੰਡੀ। ਪੈਰਾ ਚੇਂਜ। ਪਿਛਲੇ ਸਾਲ ਇਨ੍ਹੀਂ ਦਿਨੀਂ ਆਪਣੇ ਪ੍ਰਧਾਨ ਮੰਤਰੀ ਦੀ ਸਰਬ ਸ਼ਕਤੀਮਾਨਤਾ ਵਿੱਚ ਯਕੀਨ ਰੱਖਣ ਵਾਲੇ ਲੋਕ ਉਸਦੇ ਆਖੇ ਕਦੇ ਟੱਲੀਆਂ ਭਾਂਡੇ ਖੜਕਾ ਕੇ ਤੇ ਕਦੇ ਮੋਮਬੱਤੀਆਂ ਬਾਲ ਕੇ ਭਾਰਤੀ ਢੰਗ ਨਾਲ ਕਰੋਨਾ ਉੱਤੇ ਫਤਿਹ ਪਾ ਲੈਣ ਦਾ ਭਰਮ ਪਾਲ ਰਹੇ ਸਨ ਡੰਡੀ। ਹੁਣ ਸਾਲ ਬਾਅਦ ਉਹੀ ਲੋਕ ਵਟਸਐਪ ਰਾਹੀਂ ਇੱਕ ਦੂਜੇ ਨੂੰ ਘਰ ਬਹਿ ਕੇ ਈਸ਼ਵਰ ਦਾ ਸ਼ੁਕਰ ਮਨਾਉਣ ਦੀਆਂ ਨਸੀਹਤਾਂ ਦੇ ਰਹੇ ਹਨ ਕਿ ਸਾਡੇ ਸਿਰਾਂ 'ਤੇ ਛੱਤ ਹੈ, ਸਾਡੇ ਕੋਲ ਬੈਂਕਾਂ ਵਿੱਚ ਜਮ੍ਹਾਂ ਪੂੰਜੀ ਹੈ, ਸਾਡੇ ਫਰਿੱਜ ਖਾਣ ਪਦਾਰਥਾਂ ਤੋਂ ਖਾਲੀ ਨਹੀਂ, ਕਿ ਸਾਡੀ ਹਾਲਤ ਬਾਕੀਆਂ ਨਾਲੋਂ ਬਿਹਤਰ ਹੈ ਡੰਡੀ। ਪੈਰਾ ਚੇਂਜ। ਪਿਛਲੇ ਸਾਲ ਇਨ੍ਹੀਂ ਦਿਨੀਂ ਪ੍ਰਧਾਨ ਮੰਤਰੀ ਨੇ ਕਰੋਨਾ ਨਾਲ ਸਿੱਝਣ ਲਈ ਆਪਣੇ ਨਾਂ ਹੇਠ PM ਕੇਅਰਜ਼ ਸ਼ਾਬਦਿਕ ਅਰਥ ਪ੍ਰਧਾਨ ਮੰਤਰੀ ਨੂੰ ਫਿਕਰ ਹੈ ਫੰਡ ਸਿਰਜ ਕੇ ਕਰੋੜਾਂ ਰੁਪਏ ਇਕੱਤਰ ਕੀਤੇ ਸਨ। ਹੁਣ 1 ਸਾਲ ਬਾਅਦ ਸਵਾਲ ਇਹ ਹੈ ਕਿ ਪ੍ਰਧਾਨ ਮੰਤਰੀ ਨੂੰ ਕੋਈ ਫਿਕਰ ਹੈ ਵੀ ਕਿ ਨਹੀਂ ਪ੍ਰਸ਼ਨ ਚਿੰਨ੍ਹ। ਪਿਛਲੇ ਸਾਲ ਇਹਨਾਂ ਦਿਨਾਂ ਤੋਂ 1 ਮਹੀਨਾ ਪਹਿਲਾਂ ਪ੍ਰਧਾਨ ਮੰਤਰੀ ਨੇ ਉਸੇ ਦਿਨ ਰਾਤ ਦੇ
12 ਵਜੇ ਤੋਂ ਸਾਰੇ ਮੁਲਕ ਵਿੱਚ ਚਾਣਚੱਕ 21 ਦਿਨ ਦੀ ਤਾਲਾਬੰਦੀ ਦਾ ਐਲਾਨ ਕਰਦਿਆਂ ਕਿਹਾ ਸੀ ਕਿ ਕਰੋਨਾ ਵਾਇਰਸ ਨਾਲ ਜੰਗ ਫਤਿਹ ਕਰਨ ਲਈ ਇਹ ਕੁਰਬਾਨੀ ਜ਼ਰੂਰੀ ਹੈ ਡੰਡੀ। ਉਸ ਦਿਨ ਪ੍ਰਧਾਨ ਸੈਨਾਪਤੀ ਨੂੰ ਆਪਣੇ ਇਸ ਜੇਤੂ ਪੈਂਤੜੇ ਦੀ ਕਾਰਗਰਤਾ 'ਤੇ ਇੰਨਾ ਯਕੀਨ ਸੀ ਕਿ ਇਹੋ ਜਿਹਾ ਹੁਕਮ ਜਾਰੀ ਕਰਕੇ ਸਾਰੇ ਮੁਲਕ ਨੂੰ ਰਾਤੋਂ ਰਾਤ ਥਾਂ ਜਕੜ ਦੇਣ ਦਾ ਫੈਸਲਾ ਕਰਨ ਤੋਂ ਪਹਿਲਾਂ ਸੂਬਿਆਂ ਦੇ ਮੁੱਖ ਮੰਤਰੀਆਂ ਦਾ ਮਸ਼ਵਰਾ ਤੱਕ ਲੈਣ ਦੀ ਲੋੜ ਨਾ ਸਮਝੀ ਗਈ ਡੰਡੀ। ਹੁਣ 13 ਮਹੀਨੇ ਬਾਅਦ ਜਦੋਂ ਸਾਰਾ ਮੁਲਕ ਕਰੋਨਾ ਵਾਇਰਸ ਦੀ ਦੂਜੀ ਤੇ ਪਹਿਲੀ ਨਾਲੋਂ ਕਿਤੇ ਵੱਧ ਭਿਆਨਕ ਲਹਿਰ ਦੀ ਮਾਰ ਹੇਠ ਹੈ, ਰੋਜ਼ਾਨਾ 3 ਲੱਖ ਤੋਂ ਵੱਧ ਕੇਸ ਤੇ 3000 ਦੇ ਗੇੜ ਵਿੱਚ ਮੌਤਾਂ ਹੋ ਰਹੀਆਂ ਹਨ, ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਸੂਬਿਆਂ ਦੇ ਮੁੱਖ ਮੰਤਰੀ ਆਪਣੇ ਰਾਜਾਂ ਵਿੱਚ ਇੰਤਜ਼ਾਮ ਸੁਧਾਰਨ, ਲਾਕਡਾਊਨ ਨੂੰ ਆਖਰੀ ਹਥਿਆਰ ਵਜੋਂ ਹੀ ਵਰਤਣ ਡੰਡੀ। ਇਸ ਨਾਲ ਅਰਥ ਵਿਵਸਥਾ ਦਾ ਨੁਕਸਾਨ ਹੁੰਦਾ ਹੈ ਡੰਡੀ। ਪੈਰਾ ਚੇਂਜ 13 ਮਹੀਨੇ ਪਹਿਲਾਂ ਭਾਰਤ ਵਿੱਚ ਦੁਨੀਆ ਦਾ ਸਭ ਤੋਂ ਵੱਧ ਕਰੜਾ ਤੇ ਸਭ ਤੋਂ ਲੰਮਾ ਚੱਲਣ ਵਾਲਾ ਲਾਕਡਾਊਨ ਲਾਇਆ ਗਿਆ ਸੀ ਤੇ ਅੱਜ ਭਾਰਤ ਵਿੱਚ ਰੋਜ਼ਾਨਾ ਇੰਨੇ ਨਵੇਂ ਰੋਗੀ ਕਰੋਨਾ ਦੀ ਮਾਰ ਹੇਠ ਆ ਰਹੇ ਹਨ ਜਿੰਨੇ ਦੁਨੀਆ ਦੇ ਕਿਸੇ ਮੁਲਕ ਵਿੱਚ ਨਹੀਂ ਆਏ ਡੰਡੀ। ਪੈਰਾ ਚੇਂਜ ਇਹਨਾਂ 13 ਮਹੀਨਿਆਂ ਵਿੱਚ ਹੋਇਆ ਕੀ? ਪ੍ਰਸ਼ਨ ਚਿੰਨ੍ਹ। ਮਈ 20 ਵਿੱਚ ਹੀ ਸਾਨੂੰ ਦੱਸਿਆ ਗਿਆ ਕਿ ਭਾਰਤ ਹੁਣ ਆਤਮ ਨਿਰਭਰਤਾ ਦੀ ਰਾਹ ਤੁਰ ਪਿਆ ਹੈ ਅਤੇ ਕੋਵਿਡ-19 ਦੀ ਵੈਕਸੀਨ ਆਪ ਤਿਆਰ ਕਰੇਗਾ ਡੰਡੀ। 15 ਅਗਸਤ ਤੱਕ ਵੈਕਸੀਨ ਦੇ ਆਮ ਜਨਤਾ ਦੀ ਵਰਤੋਂ ਲਈ ਤਿਆਰ ਹੋ ਜਾਣ ਦੀ ਤਰੀਕ ਵੀ ਐਲਾਨ ਦਿੱਤੀ ਗਈ ਡੰਡੀ। ਜਨਤਾ ਨੇ ਸੁੱਖ ਦਾ ਸਾਹ ਲਿਆ, ਪਰ ਸਿਆਣੇ ਸਿਹਤ ਵਿਗਿਆਨੀਆਂ ਨੇ ਉਸੇ ਵੇਲੇ ਇਸ ਹਵਾਈ ਕਹਾਣੀ 'ਤੇ ਕਿੰਤੂ ਕੀਤਾ, ਕਿਉਂਕਿ ਕਿਸੇ ਵੀ ਨਵੀਂ ਦਵਾਈ ਨੂੰ ਆਮ ਵਰਤੋਂ ਲਈ ਜਾਰੀ ਕਰਨ ਤੋਂ ਪਹਿਲਾਂ ਉਸਨੂੰ ਕਰੜੀ ਤੇ ਬਹੁਪੱਖੀ ਪੜਤਾਲ ਦੇ ਪੜਾਵਾਂ ਵਿੱਚੋਂ ਲੰਘਾਉਣਾ ਜ਼ਰੂਰੀ ਹੁੰਦਾ ਹੈ ਡੰਡੀ। 15 ਅਗਸਤ ਆਈ, ਜ਼ਾਹਿਰਾ ਏਡੀ ਛੇਤੀ ਕੋਈ ਵੈਕਸੀਨ ਤਿਆਰ ਨਹੀਂ ਸੀ ਹੋ ਸਕਣੀ, ਪਰ ਲਾਲ ਕਿਲ੍ਹੇ ਦੀ ਫਸੀਲ ਤੋਂ ਆਪਣੇ ਭਾਸ਼ਣ ਦੌਰਾਨ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਭਾਰਤ ਦੇ ਵਿਗਿਆਨੀ ਇੱਕ ਨਹੀਂ 3 ਵੈਕਸੀਨ ਤਿਆਰ ਕਰ ਰਹੇ ਹਨ ਜੋ ਛੇਤੀ ਹੀ ਹਰ ਭਾਰਤੀ ਸ਼ਹਿਰੀ ਨੂੰ ਮੁਹੱਈਆ ਹੋਣਗੀਆਂ ਡੰਡੀ। ਪੈਰਾ ਚੇਂਜ ਨਵੰਬਰ 2020 ਵਿੱਚ ਬਿਹਾਰ ਵਿੱਚ ਹੋਈਆਂ ਚੋਣਾਂ ਵੇਲੇ ਵੈਕਸੀਨ ਨੂੰ ਚੋਣ ਪ੍ਰਚਾਰ ਤੱਕ ਲਈ ਵਰਤਿਆ ਗਿਆ। ਅਖੇ ਭਾਜਪਾ ਸਰਕਾਰ ਹਰ ਬਿਹਾਰੀ ਨੂੰ ਮੁਫਤ ਟੀਕਾ ਲਾਏਗੀ, ਹਾਲਾਂਕਿ ਉਦੋਂ ਤੱਕ ਕਿਸੇ ਵੈਕਸੀਨ ਨੂੰ ਮਨਜ਼ੂਰੀ ਨਹੀਂ ਸੀ ਮਿਲੀ ਡੰਡੀ। ਹਮੇਸ਼ਾ ਚੋਣ ਪ੍ਰਚਾਰ ਵਿੱਚ ਹੀ ਰੁੱਝੀ ਰਹਿਣ ਵਾਲੀ ਅਤੇ ਫੋਕੇ ਵਾਅਦੇ ਕਰਨਾ ਗਿੱਜੀ ਸਰਕਾਰ ਨੇ ਇਸ ਸਾਲ ਨੂੰ ਗੌਲਿਆ ਹੀ ਨਹੀਂ ਕਿ ਰੋਗ ਮਾਹਿਰਾਂ ਨੇ ਦੂਜੇ ਮੁਲਕਾਂ ਦੇ ਤਜਰਬੇ ਵੱਲ ਦੇਖਦਿਆਂ ਨਵੰਬਰ 20 ਵਿੱਚ ਹੀ ਇਹ ਗੱਲ ਬਾਰੇ ਚੇਤਾਵਨੀ ਦੇਣੀ ਸ਼ੁਰੂ ਕਰ ਦਿੱਤੀ ਸੀ ਕਿ ਕੋਵਿਡ-19 ਦੀ ਵਧੇਰੇ ਖਤਰਨਾਕ ਦੂਜੀ ਲਹਿਰ ਲਈ ਤਿਆਰ ਰਹਿਣਾ ਪਵੇਗਾ ਅਤੇ ਹਸਪਤਾਲਾਂ ਲਈ ਆਕਸੀਜਨ ਸਪਲਾਈ ਦੀ ਸਮਰੱਥਾ ਨੂੰ ਫੌਰੀ ਤੌਰ 'ਤੇ ਵਧਾਉਣ ਦੀ ਲੋੜ ਹੈ ਡੰਡੀ। ਪੈਰਾ ਚੇਂਜ ਨਾਓ ਸਪੀਡ ਇਨਕਰੀਜ਼es and you have some time. Be ready. Start. ਉੱਧਰ ਕੋਵੀਸ਼ੀਲਡ ਵੈਕਸੀਨ ਬਣਾਉਣ ਵਾਲੇ ਸੀਰਮ ਇੰਸਟੀਚਿਊਟ ਦੀ ਇਸ ਬੇਨਤੀ ਨੂੰ ਵੀ ਨਾ ਗੌਲਿਆ ਗਿਆ ਕਿ 140 ਕਰੋੜ ਦੀ ਆਬਾਦੀ ਵਾਲੇ ਮੁਲਕ ਦੇ ਲੋਕਾਂ ਨੂੰ ਛੇਤੀ ਵੈਕਸੀਨ ਮੁਹੱਈਆ ਕਰਨ ਲਈ 3000 ਕਰੋੜ ਦੇ ਨਿਵੇਸ਼ ਦੀ ਫੌਰੀ ਲੋੜ ਹੈ ਤਾਂ ਜੋ ਟੀਕੇ ਬਣਾਉਣ ਦੀ ਸਮਰੱਥਾ ਨੂੰ ਵਧਾਇਆ ਜਾ ਸਕੇ, ਨਹੀਂ ਤਾਂ ਨਤੀਜੇ ਭਿਆਨਕ ਹੋਣਗੇ ਡੰਡੀ। ਇਹਨਾਂ ਚੇਤਾਵਨੀਆਂ ਨੂੰ ਗੌਲਣਾ ਤਾਂ ਕੀ ਸੀ, ਹਮੇਸ਼ਾ ਆਪਣੀ ਪਿੱਠ ਥਾਪੜਨ ਵਿੱਚ ਰੁੱਝੀ ਰਹਿਣ ਵਾਲੀ ਸਰਕਾਰ ਨੇ 2021 ਦੇ ਮੁੱਢ ਵਿੱਚ ਪਹਿਲੇ ਟੀਕਿਆਂ ਦੀ ਵਰਤੋਂ ਸ਼ੁਰੂ ਹੁੰਦੇ ਸਾਰ ਹੀ ਐਲਾਨ ਕਰ ਦਿੱਤਾ ਕਿ ਭਾਰਤ ਨੇ ਕੋਵਿਡ-19 ਨੂੰ ਪਛਾੜ ਦਿੱਤਾ ਹੈ। ਸਾਡਾ ਮੁਲਕ
ਇਸ ਲੜਾਈ ਵਿੱਚ ਮੋਹਰੀ ਵਿਸ਼ਵ ਗੁਰੂ ਸਾਬਿਤ ਹੋਇਆ ਹੈ ਅਤੇ ਸਾਰੀ ਦੁਨੀਆ ਦੀਆਂ ਨਜ਼ਰਾਂ ਇਸ ਵੇਲੇ ਭਾਰਤ ਅਤੇ ਨਰਿੰਦਰ ਮੋਦੀ ਦੀ ਅਗਵਾਈ 'ਤੇ ਟਿਕੀਆਂ ਹੋਈਆਂ ਹਨ। ਡੰਡੀ ਪੈਰਾ ਚੇਂਜ। ਫਰਵਰੀ 21 ਵਿੱਚ ਅਜੇ ਭਾਰਤੀ ਵਸੋਂ ਦੇ 1% ਦਾ ਵੀ ਟੀਕਾਕਰਨ ਨਹੀਂ ਸੀ ਹੋਇਆ ਜਦੋਂ ਪ੍ਰਧਾਨ ਮੰਤਰੀ ਨੇ ਭਾਰਤ ਨੂੰ ਦੁਨੀਆ ਦਾ ਦਵਾਈ ਭੰਡਾਰ ਗਰਦਾਨਿਆ। ਵੈਕਸੀਨ ਮੈਤਰੀ ਪ੍ਰੋਗਰਾਮ ਤਹਿਤ ਲੋੜਵੰਦ ਮੁਲਕਾਂ ਦੀ ਮਦਦ ਕਰਨ ਲਈ ਮੈਦਾਨ ਵਿੱਚ ਨਿੱਤਰਨ ਦੇ ਦਾਅਵੇ ਕੀਤੇ। ਡੰਡੀ ਵੈਕਸੀਨ ਹੁਣ ਵਿਸ਼ਵ ਪੱਧਰ 'ਤੇ ਮੋਦੀ ਦੀ ਬਤੌਰ ਹੀਰੋ ਭੱਲ ਬਣਾਉਣ ਦੇ ਸੰਦ ਵਜੋਂ ਵਰਤੀ ਜਾਣ ਲੱਗੀ। ਡੰਡੀ ਦੂਜੇ ਪਾਸੇ ਇਸੇ ਹੀ ਮਹੀਨੇ ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੇ ਰਾਮਦੇਵ ਨਾਲ ਸਾਂਝੀ ਸਟੇਜ 'ਤੇ ਹਾਜ਼ਰੀ ਲਵਾਈ, ਜਿੱਥੋਂ ਬਾਬਾ ਰਾਮਦੇਵ ਦੇ ਕਾਰਖਾਨੇ ਦੀ ਆਯੁਰਵੈਦਿਕ ਦਵਾਈ ਕੋਰੋਨਿਲ ਬਾਰੇ ਖੋਜ ਪੱਤਰ ਜਾਰੀ ਕੀਤਾ ਗਿਆ ਅਤੇ ਦੱਸਿਆ ਗਿਆ ਕਿ ਇਸ ਨੂੰ ਵਿਸ਼ਵ ਸਿਹਤ ਸੰਸਥਾ WHO ਨੇ ਮਾਨਤਾ ਦੇ ਦਿੱਤੀ ਹੈ, ਪਰ ਨੂੰ ਫਰਨ ਟਵੀਟ ਕਰਕੇ ਸਪਸ਼ਟ ਕਰਨਾ ਪਿਆ ਕਿ ਅਜਿਹੀ ਕਿਸੇ ਦਵਾਈ ਨੂੰ ਉਹਨਾਂ ਵੱਲੋਂ ਕੋਈ ਮਾਨਤਾ ਨਹੀਂ ਦਿੱਤੀ ਗਈ। ਡੰਡੀ ਪੈਰਾ ਚੇਂਜ। ਕੁੰਭ ਦਾ ਮੇਲਾ ਆਉਣ ਵਾਲਾ ਸੀ। ਰਵਾਇਤ ਮੁਤਾਬਿਕ ਲੱਖਾਂ ਲੋਕਾਂ ਦੀਆਂ ਭੀੜਾਂ ਜੁੜਨੀਆਂ ਸਨ, ਪਰ ਹਿੰਦੂ ਵੋਟਰਾਂ ਦੀਆਂ ਭਾਵਨਾਵਾਂ ਨੂੰ ਤਰਜੀਹ ਦਿੰਦਿਆਂ ਸਰਕਾਰ ਵੱਲੋਂ ਇਸ ਨੂੰ ਰੋਕਣ ਦੇ ਕੋਈ ਦਿਸ਼ਾ ਨਿਰਦੇਸ਼ ਨਹੀਂ ਸਨ। ਡੰਡੀ ਉਹ ਸਰਕਾਰ ਜਿਸ ਨੇ ਪਿਛਲੇ ਸਾਲ ਸ਼ਾਹੀਨ ਬਾਗ, ਤਬਲੀਗੀ ਮਿਲਣੀਆਂ ਤੇ ਕਿਸਾਨ ਮੋਰਚਿਆਂ ਸਮੇਤ ਕਿਸੇ ਵੀ ਕਿਸਮ ਦੇ ਰੋਸ ਇਕੱਠ ਨੂੰ ਕਰੋਨਾ ਫੈਲਾਊ ਭੀੜਾਂ ਸਾਬਤ ਕਰਨ ਲਈ ਹਰ ਪੈਂਤੜਾ ਵਰਤਿਆ ਸੀ, ਹੁਣ ਚੁੱਪ ਸਾਧ ਕੇ ਬੈਠੀ ਹੋਈ ਸੀ। ਡੰਡੀ ਜਦੋਂ ਮਾਰਚ ਮਹੀਨੇ ਸਪਸ਼ਟ ਦਿਸਣ ਲੱਗ ਪਿਆ ਕਿ ਮੁਲਕ ਕਰੋਨਾ ਦੇ ਦੂਜੇ ਦੌਰ ਵਿੱਚ ਦਾਖਲ ਹੋ ਚੁੱਕਾ ਹੈ ਤੇ ਇਸ ਦੋਗਲੇ ਵਤੀਰੇ ਦੀ ਆਲੋਚਨਾ ਸ਼ੁਰੂ ਹੋਈ, ਤਾਂ ਉੱਤਰਾਖੰਡ ਦੇ ਮੁੱਖ ਮੰਤਰੀ ਨੇ ਕਿਹਾ, ਕੁੰਭ ਦਾ ਮੇਲਾ ਗੰਗਾ ਕੰਢੇ ਹੁੰਦਾ ਹੈ। ਡੰਡੀ ਇਸ ਨੂੰ ਗੰਗਾ ਮਈਆ ਦਾ ਆਸ਼ੀਰਵਾਦ ਹੈ, ਇਸ ਲਈ ਇਸ ਉੱਤੇ ਕਰੋਨਾ ਦਾ ਪ੍ਰਕੋਪ ਹੋਵੇਗਾ ਹੀ ਨਹੀਂ। ਡੰਡੀ ਦੂਜੇ ਪਾਸੇ ਬੰਗਾਲ ਦੀਆਂ ਚੋਣਾਂ ਹਰ ਹੀਲੇ ਜਿੱਤਣ ਲਈ ਉੱਥੋਂ ਦੀ ਚੋਣ ਪ੍ਰਕਿਰਿਆ ਨੂੰ ਸਵਾ ਮਹੀਨੇ ਦੇ ਵਕਫੇ ਉੱਤੇ ਖਿਲਾਰ ਦਿੱਤਾ ਗਿਆ ਤਾਂ ਜੋ ਉਸ ਵਿੱਚ ਵੱਧ ਤੋਂ ਵੱਧ ਚੋਣ ਰੈਲੀਆਂ ਕੀਤੀਆਂ ਜਾ ਸਕਣ। ਟੀਵੀ ਰਾਹੀਂ 2 ਗਜ਼ ਕੀ ਦੂਰੀ ਅਤੇ ਮਾਸਕ ਪਾ ਕੇ ਰੱਖਣ ਦੀਆਂ ਨਸੀਹਤਾਂ ਦੇਣ ਵਾਲੇ ਪ੍ਰਧਾਨ ਮੰਤਰੀ ਨੇ ਨਾ ਸਿਰਫ ਥਾਂ ਪੁਰ ਥਾਂ ਆਪ ਬਿਨਾਂ ਮਾਸਕ ਰੈਲੀਆਂ ਕੀਤੀਆਂ, ਸਗੋਂ ਸਟੇਜ ਤੋਂ ਇਸ ਗੱਲ ਦੀ ਵੀ ਤਸੱਲੀ ਪ੍ਰਗਟਾਈ ਕਿ ਇੰਨੀਆਂ ਵੱਡੀਆਂ ਰੈਲੀਆਂ ਤਾਂ ਉਸਨੇ ਕਦੇ ਦੇਖੀਆਂ ਹੀ ਨਹੀਂ। ਡੰਡੀ ਪੈਰਾ ਚੇਂਜ। ਕਰੋਨਾ ਨੂੰ ਮਾਤ ਦੇਣ ਦੇ ਝੂਠੇ ਦਮਗਜਿਆਂ, ਤੱਥਹੀਣ ਦਾਅਵਿਆਂ, ਅੰਧ ਵਿਸ਼ਵਾਸ, ਉਪਜਾਊ ਬਿਆਨਾਂ ਤੇ ਸਰਕਾਰ ਦੇ ਆਪਣੇ ਵਿਹਾਰ ਦਾ ਅਸਰ ਇਹ ਹੋਇਆ ਕਿ ਮੁਲਕ ਵਿੱਚ ਭੰਬਲ ਭੂਸੇ ਦਾ ਅਜੀਬ ਮਾਹੌਲ ਸਿਰਜਿਆ ਗਿਆ। ਡੰਡੀ ਕਈਆਂ ਨੂੰ ਕਰੋਨਾ ਦੀ ਸੱਚਮੁੱਚ ਹੋਂਦ 'ਤੇ ਹੀ ਸ਼ੱਕ ਸੀ ਤੇ ਕਈ ਹੋਰਨਾਂ ਨੂੰ ਸਰਕਾਰੀ ਦਾਅਵਿਆਂ ਕਾਰਨ ਲੱਗਣ ਲੱਗ ਪਿਆ ਕਿ ਕਰੋਨਾ ਨੂੰ ਹੁਣ ਕਾਬੂ ਕਰ ਲਿਆ ਗਿਆ ਹੈ। ਡੰਡੀ ਵੈਕਸੀਨ ਬਾਰੇ ਵਾਰ-ਵਾਰ ਬਦਲਦੇ ਬਿਆਨਾਂ ਕਾਰਨ ਕਈਆਂ ਦਾ ਇਸ ਤੋਂ ਵਿਸ਼ਵਾਸ ਹੀ ਉੱਠ ਗਿਆ ਤੇ ਕਈਆਂ ਨੂੰ ਜਾਪਣ ਲੱਗ ਪਿਆ ਕਿ ਇਸ ਦੀ ਹੁਣ ਲੋੜ ਹੀ ਕੋਈ ਨਹੀਂ ਰਹੀ। ਡੰਡੀ ਉੱਧਰ ਸਿਹਤ ਸੇਵਾਵਾਂ ਨਾਲ ਜੁੜੇ ਮਾਹਿਰ ਉਹਨਾਂ ਦੀਆਂ ਚੇਤਾਵਨੀਆਂ ਨੂੰ ਗੰਭੀਰਤਾ ਨਾਲ ਲੈ ਰਹੇ। ਵੱਖ-ਵੱਖ ਰਾਜਾਂ ਦੇ ਮੁੱਖ ਮੰਤਰੀ ਵਾਰ-ਵਾਰ ਕੇਂਦਰ ਨਾਲ ਆਕਸੀਜਨ ਦੀ ਘਾਟ ਅਤੇ ਵੱਧ ਤੋਂ ਵੱਧ ਵਸੋਂ ਦੇ ਛੇਤੀ ਤੋਂ ਛੇਤੀ ਟੀਕਾਕਰਨ ਕਰਨ ਦੀ ਫੌਰੀ ਲੋੜ ਲਈ ਵੈਕਸੀਨ ਦੀ ਤੋਟ ਬਾਰੇ ਸਵਾਲ ਉਠਾ ਰਹੇ ਸਨ, ਪਰ ਕੇਂਦਰ ਸਰਕਾਰ ਇਹਨਾਂ ਮੰਗਾਂ ਨੂੰ ਵਿਰੋਧੀ ਧਿਰ ਦੀ ਸਿਆਸੀ ਹਾਲ ਪਾਹਰਿਆ ਗਰਦਾਨ ਕੇ ਹਊ ਪਰੇ ਕਰ ਰਹੀ ਸੀ। ਡੰਡੀ ਹੋਰ ਤਾਂ ਹੋਰ ਮੁਲਕ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ
ਅੱਜ ਦੇ ਪ੍ਰਧਾਨ ਮੰਤਰੀ ਨੂੰ ਕੋਵਿਡ-19 ਨਾਲ ਸਿੱਝਣ ਲਈ ਕੁਝ ਫੌਰੀ ਸੁਝਾਅ ਦਿੰਦਾ ਖਤ ਵੀ ਸਿਆਸੀ ਉਸ਼ਟੰਡਬਾਜ਼ੀ ਕਹਿ ਕੇ ਨਕਾਰ ਦਿੱਤਾ ਗਿਆ। ਡੰਡੀ ਪੈਰਾ ਚੇਂਜ ਸਰਕਾਰ ਦੇ ਇਸ ਹਿਕਾਰਤੀ ਅਵੇਸਲੇਪਣ ਅਤੇ ਆਪਣੀ ਸਰਬਸ਼ਕਤੀਮਾਨਤਾ ਤੇ ਭਰੋਸੇ ਦਾ ਨਤੀਜਾ ਅੱਜ ਸਭ ਦੇ ਸਾਹਮਣੇ ਹੈ। ਡੰਡੀ ਸ਼ਹਿਰ ਦਰ ਸ਼ਹਿਰ, ਪਿੰਡ ਦਰ ਪਿੰਡ ਤੋਂ ਆਉਣ ਵਾਲੀਆਂ ਖਬਰਾਂ ਅਤੇ ਤਸਵੀਰਾਂ ਇੰਨੀਆਂ ਭਿਆਨਕ ਹਨ ਕਿ ਇਹ ਸੋਚ ਕੇ ਹੀ ਦਿਲ ਦਹਿਲਦਾ ਹੈ ਕਿ ਆਉਣ ਵਾਲੇ ਦਿਨ ਇਸ ਤੋਂ ਕਿਤੇ ਵੱਧ ਤਬਾਹਕੁਨ ਸਾਬਿਤ ਹੋ ਸਕਦੇ ਹਨ। ਡੰਡੀ ਪਿਛਲੇ 7 ਸਾਲਾਂ ਦਾ ਇਤਿਹਾਸ ਗਵਾਹ ਹੈ ਕਿ ਪ੍ਰਧਾਨ ਮੰਤਰੀ ਨੂੰ ਚੁੱਕੇ ਜਾਣ ਵਾਲੇ ਹਰ ਪ੍ਰਸ਼ਾਸਕੀ ਕਦਮ ਤੋਂ ਨਿੱਜੀ ਭੱਲ ਖੱਟਣ ਦੀ ਲਾਲਸਾ ਅਮੁੱਕ ਹੈ। ਡੰਡੀ ਗੈਸ ਸਿਲੰਡਰ ਵੰਡਣ ਦੀ ਯੋਜਨਾ ਹੋਵੇ ਜਾਂ ਕੋਵਿਡ-19 ਟੀਕਾ ਲੁਆਈ ਦੀ ਪ੍ਰਮਾਣ ਪਰਚੀ, ਹਰ ਥਾਂ ਤਸਵੀਰ ਪ੍ਰਧਾਨ ਮੰਤਰੀ ਦੀ ਹੁੰਦੀ ਹੈ। ਡੰਡੀ ਸਾਰਾ ਕ੍ਰੈਡਿਟ ਵੀ ਉਸੇ ਦੇ ਖਾਤੇ ਪਾਇਆ ਜਾਂਦਾ ਹੈ। ਡੰਡੀ ਹੁਣ ਪ੍ਰਧਾਨ ਮੰਤਰੀ ਦਾ ਪ੍ਰਚਾਰ ਤੰਤਰ ਜੋ ਮਰਜ਼ੀ ਸਪਸ਼ਟੀਕਰਨ ਘੜਦਾ ਰਹੇ, ਇਸ ਕਿਸਮ ਦੀ ਘੋਰ ਅਣਗਹਿਲੀ ਅਤੇ ਮੁਜਰਮਾਨਾ ਅਣਗਹਿਲੀ ਲਈ ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਹੀ ਜ਼ਿੰਮੇਵਾਰ ਹੈ। ਡੰਡੀ ਸਟਾਪ।